ਸਤਿ ਸ੍ਰੀ ਅਕਾਲ। ਪੰਜਾਬੀ ਭੈਣ ਭਰਾਵਾਂ ਨੂੰ ਅੱਜ ਇੱਕ ਨਵੀਂ ਦਿਸ਼ਾ। ਕੁਝ ਭੈਣ ਭਰਾਵਾਂ ਦਾ ਕਮੈਂਟਸ ਆਏ ਕਿ ਤਣਾਅ ਕਿਸ ਤਰ੍ਹਾਂ ਕੰਮ ਕੀਤਾ ਜਾਵੇ, ਸਟ੍ਰੈਸ ਫ੍ਰੀ ਲਾਈਫ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਲਿਆਂਦੀ ਜਾਵੇ। ਆਓ ਪਹਿਲਾਂ ਆਪਾਂ ਇਹ ਸਮਝੀਏ ਕਿ ਤਣਾਅ ਕੀ ਹੈ, ਸਟ੍ਰੈਸ ਕੀ ਹੈ। ਅੱਜ ਤੋਂ 50-60 ਸਾਲ ਪਹਿਲਾਂ ਤਣਾਅ ਦਾ ਨਾਂ ਹੀ ਨਹੀਂ ਸੀ, ਸਟ੍ਰੈਸ ਹੈ ਨਹੀਂ ਸੀ। ਔਰ ਜਿਉਂ-ਜਿਉਂ ਸਾਇੰਸ ਨੇ ਤਰੱਕੀ ਕੀਤੀ ਔਰ ਸਾਡੇ ਸਾਹਮਣੇ ਹਰ ਪ੍ਰਕਾਰ ਦੀ ਸੁਵਿਧਾ ਆਈ, ਪਰੰਤੂ ਫਿਰ ਵੀ ਤਣਾਅ ਕਮ ਨਹੀਂ ਹੋਇਆ। ਸਾਧਾਰਨ ਅਵਸਥਾ ਵਿੱਚ ਰਹਿੰਦੇ ਹੋਏ, ਪੇਂਡੂ ਜੀਵਨ ਬਤੀਤ ਕਰਦੇ ਹੋਏ, ਕਿਉਂਕਿ 80% ਲੋਕ ਪਿੰਡਾਂ ਵਿੱਚ ਹੀ ਰਹਿੰਦੇ ਹਨ। ਹੁਣ ਸ਼ਹਿਰੀਕਰਨ ਜ਼ਿਆਦਾ ਹੋ ਗਿਆ ਔਰ ਪਿੰਡਾਂ ਦੇ ਵਿੱਚ ਵੀ ਸ਼ਹਿਰੀਕਰਨ ਹੋਣਾ ਸ਼ੁਰੂ ਹੋ ਗਿਆ। ਪਰ ਜਿਉਂ-ਜਿਉਂ ਸ਼ਹਿਰੀਕਰਨ ਸ਼ੁਰੂ ਹੋਇਆ ਔਰ ਸਾਰੀ ਸੁਵਿਧਾ ਸਾਡੇ ਸਾਹਮਣੇ ਆਉਣ ਲੱਗੀ, ਸਾਡੇ ਜੀਵਨ ਦੇ ਵਿੱਚ ਕੁਝ ਪ੍ਰੈਸ਼ਰ ਵੱਧ ਗਿਆ। ਹੁਣ ਤਣਾਅ ਕੀ ਚੀਜ਼ ਹੈ, ਪਹਿਲਾਂ ਇਹਦੀ ਪਰਿਭਾਸ਼ਾ ਨੂੰ ਸਮਝੀਏ। ਇਹਦੀ ਪਰਿਭਾਸ਼ਾ ਹੈ ਕਿ ਬਾਹਰੀ ਜਾਂ ਆਂਤਰਿਕ ਪ੍ਰੈਸ਼ਰ ਜਦੋਂ ਮਨ ਪਰ ਵੱਧਦਾ ਹੈ, ਅਗਰ ਉਸ ਪ੍ਰੈਸ਼ਰ ਨੂੰ ਆਸਾਨੀ ਦੇ ਨਾਲ ਅਸੀਂ ਬਰਦਾਸ਼ਤ ਕਰਦੇ ਹਾਂ ਤੇ ਉਸ ਦਾ ਐਕਸ਼ਨ ਠੀਕ ਤਰੀਕੇ ਨਾਲ ਲੈਂਦੇ ਹਾਂ, ਰਾਈਟ ਵੇ ਨਾਲ। ਪਰ ਜਦੋਂ ਉਹ ਪ੍ਰੈਸ਼ਰ ਹੋਰ ਵੱਧ ਜਾਂਦਾ ਹੈ ਤਾਂ ਸਾਡੀ ਜਿਹੜੀ ਕੋਪਿੰਗ ਕੈਪੈਸਿਟੀ ਹੈ ਉਹ ਘਟ ਜਾਂਦੀ ਹੈ, ਤਾਂ ਪ੍ਰੈਸ਼ਰ ਵੱਧਦਾ ਹੈ। ਔਰ ਜਿਉਂ-ਜਿਉਂ ਪ੍ਰੈਸ਼ਰ ਵੱਧਦਾ ਹੈ, ਜਿਸ ਤਰ੍ਹਾਂ ਸਵਸਥ ਸਿਹਤ ਤੁਹਾਡੀ ਮੁੱਠੀ ਵਿੱਚ ਹੈ, ਇਸ ਤਰ੍ਹਾਂ ਹੀ ਤਣਾਅ ਵੀ ਕੰਮ ਕਰਨਾ ਤੁਹਾਡੀ ਮੁੱਠੀ ਵਿੱਚ ਹੈ ਔਰ ਤਣਾਅ ਨੂੰ ਵਧਾ ਦੇਣਾ ਵੀ ਆਪਣੀ ਮੁੱਠੀ ਵਿੱਚ ਹੈ। ਆਓ ਪਹਿਲਾਂ ਆਪਾਂ ਇਸ ਨੂੰ ਸਮਝੀਏ। ਇਸ ਦੇ ਨਾਲ ਇੱਕ ਨੁਕਸਾਨ ਨਹੀਂ ਹੋ ਰਿਹਾ। ਅੱਜ ਅਗਰ ਇੱਕ ਨਜ਼ਰ ਮਾਰੀ ਜਾਵੇ ਤਾਂ ਸਾਰਾ ਸੰਸਾਰ ਇਸ ਤਣਾਅ ਦੇ ਗ੍ਰਿਪ ਵਿੱਚ ਆ ਚੁੱਕਿਆ ਹੈ। ਅਸੀਂ ਇਸ ਦੇ ਸੰਬੰਧ ਵਿੱਚ ਕਈ ਹੈਲਥ ਫੇਅਰ ਵੀ ਕੀਤੇ, ਕਈ ਕੰਪੇਨ ਵੀ ਦਿੱਤੀਆਂ। ਆਓ ਅੱਜ ਆਪਾਂ ਸਮਝੀਏ ਕਿ ਤਣਾਅ ਕਿਉਂ ਵੱਧਦਾ ਹੈ। ਇੱਕ ਪਾਸੇ ਆਪਾਂ ਲੈ ਰਹੇ ਸੀ ਸੋਸ਼ਲ ਹੈਲਥ ਨੂੰ, ਸਮਾਜਿਕ ਸਵਾਸਥ ਨੂੰ। ਆਪਣੇ ਸਮਾਜ ਦੇ ਅੰਦਰ ਇੱਕ ਪਰਿਵਾਰਕ ਦੀ ਇੱਕ ਇਕਾਈ ਦੇ ਵਿੱਚ ਜੋ ਪਰਿਵਰਤਨ ਹੋਇਆ ਹੈ, ਉਸ ਦੇ ਵਿੱਚ ਸਾਡੇ ਜੀਵਨ ਵਿੱਚ ਇਰੀਟੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਜਿਸ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁੱਸੇ ਦੇ ਭਾਵ ਸ਼ੁਰੂ ਹੋ ਜਾਂਦੇ ਹਨ। ਕਾਰਨ ਕਿ ਸਾਡੇ ਵਿਚਾਰ ਇੱਕ ਦੂਸਰੇ ਨਾਲ ਨਹੀਂ ਮਿਲਦੇ, ਜਾਂ ਫਿਰ ਇਹ ਕਹੋ ਕਿ ਅਸੀਂ ਇੱਕ ਦੂਜੇ ਦੇ ਵਿਚਾਰਾਂ ਨੂੰ ਸਨਮਾਨ ਨਹੀਂ ਦਿੰਦੇ ਔਰ ਇਹ ਸੋਚਦੇ ਹਾਂ ਕਿ ਦੂਜਾ ਠੀਕ ਹੋ ਜਾਵੇ ਤਾਂ ਮੇਰੀ ਸਥਿਤੀ ਠੀਕ ਹੋ ਜਾਏਗੀ। ਅਕਸਰ ਇਸ ਟਾਈਮ ਇਹ ਦੇਖਿਆ ਜਾਂਦਾ ਹੈ। ਅਗਰ ਪੁਰਾਣੇ ਜ਼ਮਾਨੇ ਦੇ ਵਿੱਚ ਨਜ਼ਰ ਮਾਰੀਏ ਤਾਂ ਪਰਿਵਾਰਾਂ ਦੇ ਵਿੱਚ ਬੜੀ ਸ਼ਾਂਤੀ ਸੀ, ਬਜ਼ੁਰਗਾਂ ਦਾ ਸਨਮਾਨ ਸੀ ਔਰ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਪਿਆਰ ਦੇਣਾ ਔਰ ਪਰਿਵਾਰ ਵਿੱਚ ਸ਼ਾਂਤੀ ਸੀ, ਤਾਂ ਤਣਾਅ ਦਾ ਨਾਮ ਨਿਸ਼ਾਨ ਨਹੀਂ ਸੀ। ਇਹ ਸਰੀਰ ਦੀ ਜਿਹੜੀ ਕਿਰਿਆ ਹੈ ਇਹ ਬੜੀ ਸੁੰਦਰ ਹੈ, ਹੀਰੇ ਜੈਸੀ ਹੈ, ਪਰ ਕੌਡੀ ਜੈਸੀ ਬਣਾ ਦੇਣੀ ਇਹ ਸਾਡੀ ਮੁੱਠੀ ਵਿੱਚ ਹੈ। ਜਦੋਂ ਅਸੀਂ ਦੂਸਰੇ ਵੱਲ ਫਿੰਗਰ ਕਰਦੇ ਹਾਂ
ਅੱਜ ਦੀ ਯੁਵਾ ਅਵਸਥਾ ਆਪਣੇ ਬਜ਼ੁਰਗਾਂ ਵੱਲ ਫਿੰਗਰ ਕਰਦੀ ਹੈ, ਉਂਗਲੀ ਕਰਦੀ ਹੈ ਕਿ ਇਹ ਸਾਡੀ ਨਹੀਂ ਸਮਝਦੀ। ਜ਼ਮਾਨਾ ਬਦਲੀ ਹੋ ਗਿਆ, ਵਿਗਿਆਨ ਦਾ ਯੁੱਗ ਆ ਗਿਆ ਔਰ ਇਹ ਪੁਰਾਣੇ ਘਟੀਆ ਵਿਚਾਰਾਂ ਨੂੰ ਲੈ ਕੇ ਚੱਲ ਰਹੇ ਹਨ। ਤੇ ਜਿਹੜੀਆਂ ਮਰਿਆਦਾ ਬਜ਼ੁਰਗਾਂ ਨੇ ਆਪਣੇ ਜੀਵਨ ਵਿੱਚ ਲਿਆਂਦੀਆਂ ਸੀ, ਅੱਜ ਵੀ ਉਹਨਾਂ ਦੇ ਜੀਵਨ ਵਿੱਚ ਕਾਇਮ ਹਨ। ਉਹ ਚਾਹੁੰਦੇ ਹਨ ਕਿ ਮੇਰੇ ਬੱਚਿਆਂ ਦੇ ਵਿੱਚ ਮਰਿਆਦਾ ਜਾਣ, ਪਰ ਬੱਚੇ ਉਸ ਨੂੰ ਸਵੀਕਾਰ ਨਹੀਂ ਕਰਦੇ ਤਾਂ ਦੋਨਾਂ ਦੇ ਵਿੱਚ ਤਣਾਅ ਹੋਣਾ ਸ਼ੁਰੂ ਹੋ ਗਿਆ। ਔਰ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਮੈਨੇਜਮੈਂਟ ਜਿਹੜੀ ਚਾਹੁੰਦੀ ਹੈ ਕਿ ਸਾਡੇ ਵਰਕਰ ਬੜੇ ਪਿਆਰ ਨਾਲ ਕੰਮ ਕਰਨ, ਦਿਲ ਤੋਂ ਕੰਮ ਕਰਨ, ਆਊਟਪੁੱਟ ਅੱਛੀ ਹੋਵੇ, ਪ੍ਰੋਡਕਸ਼ਨ ਅੱਛੀ ਹੋਵੇ, ਪਰ ਉਹ ਉਹਨਾਂ ਤੋਂ ਪਰੇਸ਼ਾਨ ਹਨ। ਔਰ ਜਿਹੜੇ ਵਰਕਰ ਹੈ ਉਹ ਮੈਨੇਜਮੈਂਟ ਤੋਂ ਪਰੇਸ਼ਾਨ ਹਨ। ਉਹਨਾਂ ਦੀ ਕਈ ਮੰਗਾਂ ਹਨ, ਪ੍ਰੋਪਰ ਸਾਨੂੰ ਪੇ ਨਹੀਂ ਮਿਲ ਰਹੀ, ਪ੍ਰੋਪਰ ਸੁਵਿਧਾ ਨਹੀਂ ਮਿਲ ਰਹੀ। ਇਸ ਤਰ੍ਹਾਂ ਹੀ ਅਗਰ ਆਪਾਂ ਲਈਏ ਤਾਂ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ, ਐਜੂਕੇਸ਼ਨ ਪ੍ਰੋਫੈਸ਼ਨ ਦੇ ਵਿੱਚ ਵੀ ਤੁਸੀਂ ਲੈ ਲਓ, ਆਪਾਂ ਤਾਂ ਕੋਈ ਦੂਰ ਨਹੀਂ, ਆਪਾਂ ਸਭ ਜਾਣਦੇ ਹਾਂ ਕਿ ਬੱਚੇ ਜਿਹੜੇ ਹੈਗੇ ਉਹ ਜਾਂ ਤਾਂ ਮਾਂ-ਬਾਪ ਤੋਂ ਸਿੱਖਦੇ ਆ ਘਰ ਦੇ ਅੰਦਰ, ਜਾਂ ਫਿਰ ਆਪਣੇ ਸਿੱਖਸ਼ਕ ਤੋਂ ਸਕੂਲ ਦੇ ਵਿੱਚ। ਦਿਨ ਦਾ ਟਾਈਮ ਉਹਨਾਂ ਦਾ ਸਕੂਲ ਵਿੱਚ ਹੁੰਦਾ ਹੈ ਤੇ ਬਾਕੀ ਦਾ ਟਾਈਮ ਉਹ ਆਪਣੇ ਮਾਤਾ ਪਿਤਾ ਕੋਲ ਰਹਿੰਦੇ ਹਨ। ਇੰਨੇ ਵੱਡੇ ਪੁਰਸ਼ਾਰਥ ਕਰਨ ਦੇ ਬਾਵਜੂਦ ਕਿ ਪੀਟੀਏ, ਪੇਰੈਂਟਸ ਟੀਚਰ ਐਸੋਸੀਏਸ਼ਨ ਵੀ ਹੋਣ ਲੱਗੀ, ਉਹਦੇ ਵਿੱਚ ਵਿਚਾਰ ਵੀ ਰੱਖੇ ਗਏ, ਪਰ ਵਿਚਾਰ ਉੱਥੇ ਤੱਕ ਹੀ ਰਹਿ ਗਏ, ਉਹ ਪ੍ਰੈਕਟੀਕਲ ਜੀਵਨ ਦੇ ਵਿੱਚ ਨਹੀਂ ਆਏ। ਇਸ ਕਾਰਨ ਇਹ ਪ੍ਰੈਸ਼ਰ ਵੱਧ ਰਿਹਾ ਹੈ। ਹੁਣ ਆਪਾਂ ਇਸ ਦੇ ਉੱਤੇ ਵਿਜੇ ਕਿਵੇਂ ਪ੍ਰਾਪਤ ਕਰੀਏ? ਆਪਾਂ ਕਿੱਥੋਂ ਸ਼ੁਰੂ ਕਰੀਏ? ਆਪਾਂ ਸ਼ੁਰੂ ਕਰੀਏ ਕਿ ਮੇਰੇ ਹੱਥ ਵਿੱਚ ਕੀ ਹੈ। ਅਗਰ ਮੈਂ ਚਾਹੁੰਦਾ ਕਿ ਮੈਂ ਆਪਣੇ ਹੱਥ ਨੂੰ ਕਿੰਨੀ ਦੇਰ ਉੱਪਰ ਖੜਾ ਕਰ ਸਕਦਾ ਹਾਂ, ਆਪਣੇ ਵਿਚਾਰਾਂ ਨਾਲ ਨੀਚੇ ਲੈ ਆ ਸਕਦਾ ਹਾਂ, ਜੋ ਚੀਜ਼ ਮੇਰੇ ਹੱਥ ਵਿੱਚ ਹੈ ਉਸ ਨੂੰ ਮੈਂ ਕੰਟਰੋਲ ਕਰ ਸਕਦਾ ਹਾਂ। ਜਿਹੜੀ ਸਾਡੇ ਸਾਹਮਣੇ ਪ੍ਰੈਸ਼ਰ ਆਉਂਦਾ ਹੈ, ਜਿਹਦੇ ਨਾਲ ਸਾਡਾ ਤਣਾਅ ਵੱਧਦਾ ਹੈ, ਉਹ ਤਣਾਅ ਵੱਧਦਾ ਹੈ, ਅਸੀਂ ਦੂਜੇ ਨੂੰ ਦੋਸ਼ੀ ਦਾ ਠਹਿਰਾਉਂਦੇ ਹਾਂ। ਔਰ ਜਦੋਂ ਅਸੀਂ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਹਾਂ ਤਾਂ ਉਹ ਪ੍ਰੋਬਲਮ ਸਾਡੇ ਹੱਥ ਵਿੱਚ ਨਹੀਂ ਹੈ, ਪਰ ਜਿਹੜੀ ਸਥਿਤੀ ਪਰਾਏ ਤੋਂ ਆਉਂਦੀ ਹੈ ਉਹ ਮੇਰੇ ਹੱਥ ਵਿੱਚ ਨਹੀਂ ਹੈ। ਤੇ ਇਸ ਵਾਸਤੇ ਮੇਰੇ ਆਪਣੇ ਹੱਥ ਵਿੱਚ ਕੀ ਹੈ ਕਿ ਮੈਂ ਆਪਣੇ ਆਪ ਦੇ ਮਨ ਦੀ ਸਥਿਤੀ ਨੂੰ ਉੱਚਾ ਰੱਖਾਂ। ਉਸ ਟਾਈਮ ਮੈਨੂੰ ਬ੍ਰੇਕ ਲਾਉਣ ਦੀ ਲੋੜ ਹੈ। ਗੱਡੀ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ, ਐਕਸੀਲੇਟਰ ਤੇ ਬ੍ਰੇਕ। ਜਿੱਥੇ ਡੇਂਜਰ ਹੁੰਦਾ ਹੈ ਉੱਥੇ ਬ੍ਰੇਕ ਲਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਆਪਣੇ ਜੀਵਨ ਦੇ ਵਿੱਚ ਬ੍ਰੇਕ ਲਾਉਣਾ ਸਿੱਖੋ। ਕਿਸ ਤਰੀਕੇ ਨਾਲ? ਕਿ ਸਾਡੇ ਸਾਹਮਣੇ ਦੋ ਆਪਸ਼ਨ ਆਉਂਦੀਆਂ ਹਨ। ਮੈਂ ਤੁਹਾਨੂੰ ਕਈ ਮਿਸਾਲਾਂ ਦੇ ਸਕਦਾ ਹਾਂ ਕਿ ਅਸੀਂ ਇੱਕ ਕਾਨਫਰੰਸ ਦੇ ਵਿੱਚ ਗਏ, 3 ਦਿਨ ਦਾ ਰਾਜ ਯੋਗਾ ਸ਼ਿਵਰ ਸੀ। ਉਸ ਦੇ ਵਿੱਚ ਡਾਕਟਰ ਮੋਜਨਦਾਰ, ਜਿਹੜੇ ਕਿ ਉਹ ਡਾਇਰੈਕਟਰ ਸੀਗੇ ਕਿਸੇ ਬਹੁਤ ਵੱਡੀ ਮੈਡੀਕਲ ਇੰਸਟੀਟਿਊਸ਼ਨ ਦੇ, ਉਹਨਾਂ ਨੇ ਇਹ ਚੀਜ਼ ਸਿੱਖੀ ਕਿ ਹਰ ਗੱਲ ਨੂੰ ਪੋਜ਼ੀਟਿਵ ਲਓ, ਨੈਗੇਟਿਵ ਲਾਓਗੇ ਤਾਂ ਪ੍ਰੈਸ਼ਰ ਵਧੇਗਾ। ਅਚਾਨਕ ਕੀ ਹੋਇਆ, ਟ੍ਰੇਨ ਦੇ ਵਿੱਚ ਉਹਨਾਂ ਦੇ ਸਾਹਮਣੇ ਇੱਕ ਪ੍ਰੋਬਲਮ ਆਈ, ਉਹਨਾਂ ਨੂੰ ਸੀਵੀਅਰ ਡਾਇਰੀਆ ਹੋ ਗਿਆ ਔਰ ਉਹ ਡਾਇਰੀਆ ਲਗਭਗ 7 ਦਿਨ ਚੱਲਦਾ ਰਿਹਾ। ਪਰ ਉਹਨਾਂ ਨੇ ਆਪਣੀ ਉਹ ਜੋ ਸਿੱਖਿਆ ਲਈ ਸੀਗੀ ਮਾਊਂਟ ਆਬੂ ਤੋਂ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਰੱਖੀ। ਉਹਨਾਂ ਨੇ ਕਿਹਾ ਮੈਂ ਪੋਜ਼ੀਟਿਵ ਸੋਚਾਂਗਾ, ਇਹਦੇ ਵਿੱਚ ਕੀ ਭਲਾਈ ਹੈ। ਅਕਸਰ ਕਰਕੇ ਸਿਚੁਏਸ਼ਨ ਤਾਂ ਐਡਵਰਸ ਸੀ, ਸਿਚੁਏਸ਼ਨ ਬੜੀ ਗੰਭੀਰ ਸੀ। 7 ਦਿਨ ਤੱਕ ਲਗਾਤਾਰ ਉਹਨਾਂ ਨੂੰ ਡਾਇਰੀਆ ਰਿਹਾ। ਪਰ ਉਹਨਾਂ ਨੇ ਮਗਰੋਂ ਸੋਚਿਆ
ਕਿ ਜਿਸ ਚੀਜ਼ ਵਾਸਤੇ ਮੈਂ ਬਹੁਤ ਵਰਸ਼ਾਂ ਤੋਂ ਕੋਸ਼ਿਸ਼ ਕਰ ਰਿਹਾ ਸੀ, ਮੇਰਾ ਓਵਰਵੇਟ ਹੋ ਗਿਆ ਸੀ, ਓਬੈਸਿਟੀ ਹੋ ਗਈ ਸੀ, ਮੋਟਾਪਾ ਆ ਗਿਆ ਸੀ, ਪਰ ਮੈਂ ਘੱਟ ਨਹੀਂ ਕਰ ਸਕਿਆ। ਇਸ ਡਾਇਰੀਏ ਨੇ 7 ਦਿਨਾਂ ਦੇ ਅੰਦਰ ਮੇਰਾ 7 ਕਿਲੋ ਵਜ਼ਨ ਘੱਟ ਕਰ ਦਿੱਤਾ, ਮੇਰੇ ਪੇਟ ਦਾ ਮੋਟਾਪਾ ਘਟ ਗਿਆ। ਤਾਂ ਉਹ ਮੈਨੂੰ ਬਹੁਤ ਵੱਡਾ ਫਾਇਦਾ ਹੋਇਆ। ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਅਗਰ ਸਾਡੇ ਸਾਹਮਣੇ ਕੋਈ ਵੱਡੀ ਮੁਸੀਬਤ ਆਉਂਦੀ ਹੈ ਤਾਂ ਅਸੀਂ ਉਸ ਮੁਸੀਬਤ ਨੂੰ ਦੇਖੀਏ, ਉਸ ਟਾਈਮ ਅਸੀਂ ਘਬਰਾਈਏ ਨਾ। ਔਰ ਸਾਡੇ ਪਾਸ 2 ਆਪਸ਼ਨ ਹੈ, ਇੱਕ ਆਪਸ਼ਨ ਹੈ ਨੈਗੇਟਿਵ, ਇੱਕ ਆਪਸ਼ਨ ਹੈ ਪੋਜ਼ਿਟਿਵ। ਆਪਾਂ ਪੋਜ਼ਿਟਿਵ ਆਪਸ਼ਨ ਨੂੰ ਜੀਵਨ ਵਿੱਚ ਲੈ ਕੇ ਆਈਏ। ਕਿਸ ਤਰੀਕੇ ਨਾਲ ਲਿਆ ਸਕਦੇ ਹਾਂ? ਜਦੋਂ ਮੈਂ ਆਪਣੇ ਹੱਥ ਨੂੰ ਉੱਪਰ ਖੜਾ ਕਰ ਸਕਦਾ ਹਾਂ, ਆਪਣੀ ਕਰਮ ਇੰਦਰੀਆਂ ਨੂੰ ਕੰਟਰੋਲ ਕਰ ਸਕਦਾ ਹਾਂ, ਜਿਸ ਤਰੀਕੇ ਨਾਲ ਮੈਂ ਆਪਣੇ ਬੋਡੀ ਨੂੰ ਕੰਟਰੋਲ ਕਰਦਾ ਹਾਂ, ਤਾਂ ਮੇਰਾ ਮਨ, ਜਦੋਂ ਮੇਰੀ ਸਰੀਰ ਹੈ, ਮੇਰਾ ਸਰੀਰ ਮੇਰੇ ਕੰਟਰੋਲ 'ਚ ਹੈ, ਮੇਰਾ ਮਨ ਮੇਰੇ ਕੰਟਰੋਲ 'ਚ ਰਹੇ ਹੈ, ਤਾਂ ਮੈਨੂੰ ਤਣਾਅ ਹੋ ਨਹੀਂ ਸਕਦਾ। ਇਸ ਤਰੀਕੇ ਨਾਲ ਹੀ ਮੈਂ ਇਸ ਤੋਂ ਪਹਿਲਾਂ ਵਿਚਾਰਾਂ ਦੇ ਉੱਪਰ ਲੈਕਚਰ ਦਿੱਤਾ ਸੀ ਕਿ ਵਿਚਾਰ ਕਿੰਨੀ ਕਿਸਮ ਦੇ ਹਨ। ਵਿਚਾਰਾਂ ਦੀ ਬਹੁਤ ਕਿਸਮਾਂ ਹਨ ਔਰ ਇਹ ਸਾਡੇ ਸਰੀਰ ਦੀ ਕਿਰਿਆ ਨੂੰ ਪਰਿਵਰਤਨ ਕਰ ਦਿੰਦੇ ਹਨ। ਜਿਹੜੇ ਨੈਗੇਟਿਵ ਵਿਚਾਰ ਹੈ ਜਾਂ ਟੌਕਸਿਕ ਵਿਚਾਰ ਹੈ, ਇਹ ਵਿਚਾਰ ਸਾਡੇ ਸਰੀਰ ਦੇ ਕੈਮੀਕਲ ਨੂੰ ਕਨਵਰਟ ਕਰ ਦਿੰਦੇ ਹਨ ਮੈਟਰ ਦੇ ਵਿੱਚ। ਇਸੇ ਵਾਸਤੇ ਕਿਹਾ ਗਿਆ ਹੈ, ਥਾਟਸ ਆਰ ਨਾਟ ਮੇਅਰਲੀ ਥਾਟਸ, these are biochemical messengers, they reach to each every cell of the body। ਇੱਕ ਸੈੱਲ, ਜਿਹੜੇ ਟ੍ਰਿਲੀਅਨ ਸੈੱਲ ਹਨ, ਉਹਨਾਂ ਦੇ ਪਾਸ ਸੰਦੇਸ਼ ਲੈ ਕੇ ਜਾਂਦੇ ਹਨ। ਕਿਹੜਾ ਸੰਦੇਸ਼ ਲੈ ਕੇ ਜਾਂਦੇ ਹਨ? ਤਣਾਅ ਦਾ ਸੰਦੇਸ਼ ਲੈ ਕੇ ਜਾਂਦੇ ਹਨ। ਤਾਂ ਆਪਸ ਵਿੱਚ ਹੀ ਉਹਨਾਂ ਦੀ ਇੱਕ ਯੂਨਿਟੀ ਹੈ। ਉਹ ਸਾਰਿਆਂ ਦੇ ਉੱਪਰ ਨੈਗੇਟਿਵ ਪ੍ਰਭਾਵ ਪੈਂਦਾ ਹੈ ਤਾਂ ਉਹਦੇ ਵਿੱਚ ਸਾਡੇ ਬੋਡੀ ਦੇ ਵਿੱਚ એનર્ਜੀ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਤਣਾਅ ਦੇ ਕਾਰਨ ਬੋਡੀ ਦੇ ਵਿੱਚ એનર્ਜੀ ਘਟਦੀ ਹੈ ਤਾਂ ਸਾਡੇ ਤਨ ਦੇ ਵਿੱਚ ਵੀ ਤਣਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਮਨ ਵਾਲਾ ਤਣਾਅ ਪਹਿਲਾਂ ਬ੍ਰੇਨ 'ਚ ਜਾਂਦਾ ਹੈ ਔਰ ਬ੍ਰੇਨ ਦੇ ਅੰਦਰ ਜੋ ਪ੍ਰਕਿਰਿਆ ਹੈ ਔਰ ਉਹ ਉਸਦੇ ਕਾਰਨ ਉਹ ਤਣਾਅ ਫਿਰ ਸਰੀਰ 'ਚ ਆ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਹੀ ਅਸੀਂ ਆਪਣੇ ਵਿਚਾਰਧਾਰਾ ਨੂੰ ਚੇਂਜ ਕਰੀਏ, ਵਿਚਾਰਧਾਰਾ ਨੂੰ ਪਰਿਵਰਤਨ ਕਰੀਏ। ਉਹ ਅਸੀਂ ਕਰ ਸਕਦੇ ਹਾਂ, ਥੋੜ੍ਹੀ ਮਿਹਨਤ ਲੱਗੇਗੀ। ਤਾਂ ਮੈਂ ਅਗਲੇ ਕੜੀ ਦੇ ਵਿੱਚ ਮੈਂ ਦੱਸਾਂਗਾ ਕਿ ਅਸੀਂ ਆਪਣੇ ਐਟੀਟਿਊਡ ਨੂੰ, ਇਮੋਸ਼ਨ ਨੂੰ, ਵਿਚਾਰਾਂ ਨੂੰ ਕਿਵੇਂ ਪਰਿਵਰਤਨ ਕਰਾਂਗਾ। ਤਾਂ ਮੈਂ ਵਿਰਾਮ ਦਿੰਦਾ ਹਾਂ। ਅਗਲੀ ਕੜੀ ਤੱਕ ਸਤਿ ਸ੍ਰੀ ਅਕਾਲ।